ਪਿਆਰੇ ਵਿਦਿਆਰਥੀਓ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਆਧੁਨਿਕ ਯੁੱਗ ਵਿੱਚ ਵਧੇਰੇ ਦੇਸ਼ਾਂ ਵਿੱਚ ਲੋਕਤੰਤਰੀ ਸਰਕਾਰ ਹੈ। ਤੁਸੀਂ ਜਾਣਦੇ ਹੋ ਕਿ ਲੋਕਤੰਤਰੀ ਸਰਕਾਰ ਲੋਕਾਂ ਦੀ, ਲੋਕਾਂ ਲਈ ਅਤੇ ਲੋਕਾਂ ਦੁਆਰਾ ਹੁੰਦੀ ਹੈ। ਲੋਕ ਆਪਣਾ ਸ਼ਾਸਨ ਪ੍ਰਬੰਧ ਅਸਿੱਧੇ ਰੂਪ ਵਿੱਚ ਆਪ ਚਲਾਉਂਦੇ ਹਨ। ਇਸ ਸਰਕਾਰ ਨੂੰ ਪ੍ਰਤੀਨਿਧ ਲੋਕਤੰਤਰ ਵੀ ਕਿਹਾ ਜਾਂਦਾ ਹੈ। ਚੋਣ ਕਮਿਸ਼ਨ ਲੋਕਤੰਤਰ ਦਾ ਅਨਿੱਖੜਵਾਂ ਅੰਗ ਚੋਣਾਂ ਹਨ। ਭਾਰਤ ਵਿੱਚ ਚੋਣ ਪ੍ਰਕਿਰਿਆ ਲਈ ਇੱਕ ਸੁਤੰਤਰ ਸੰਸਥਾ ਚੋਣ ਕਮਿਸ਼ਨ ਬਣਾਈ ਗਈ ਹੈ, ਜਿਸ ਦਾ ਪ੍ਰਧਾਨ ਚੋਣ ਕਮਿਸ਼ਨਰ ਹੁੰਦਾ ਹੈ ਅਤੇ ਇਸ ਦੀ ਨਿਯੁਕਤੀ ਭਾਰਤ ਦਾ ਰਾਸ਼ਟਰਪਤੀ ਕਰਦਾ ਹੈ। ਚੋਣ ਕਮਿਸ਼ਨ ਦੇਸ਼ ਵਿੱਚ ਹਰ ਪੱਧਰ ਦੀਆਂ ਚੋਣਾਂ ਕਰਵਾਉਂਦਾ ਹੈ। ਦੇਸ਼ ਦੇ ਰਾਜਨੀਤਿਕ ਦਲ ਚੋਣਾਂ ਦਾ ਅਨਿੱਖੜਵਾਂ ਹਿੱਸਾ ਹੁੰਦੇ ਹਨ। ਰਾਜਨੀਤਿਕ ਦਲ ਹੀ ਉਮੀਦਵਾਰ ਨਾਮਜ਼ਦ ਕਰਦੇ ਹਨ ਅਤੇ ਚੋਣ ਲੜਨ ਵਿੱਚ ਮਦਦ ਕਰਦੇ ਹਨ। ਤਾਂ ਹੁਣ ਆਪਾਂ ਥੋੜ੍ਹੀ ਜਿਹੀ ਦੁਹਰਾਈ ਕਰਾਂਗੇ ਖਾਲੀ ਸਥਾਨਾਂ ਦੇ ਰੂਪ ਵਿੱਚ। ਸਭ ਤੋਂ ਪਹਿਲਾਂ ਜੋ ਖਾਲੀ ਸਥਾਨ ਬੱਚਿਓ ਭਰਨਾ ਹੈ, ਲੋਕਤੰਤਰੀ ਸਰਕਾਰ ਲੋਕਾਂ ਦੀ ਡੈਸ਼ ਲਈ ਅਤੇ ਡੈਸ਼ ਦੁਆਰਾ ਹੁੰਦੀ ਹੈ। ਲੋਕਤੰਤਰੀ ਸਰਕਾਰ ਲੋਕਾਂ ਦੀ ਡੈਸ਼ ਲਈ ਅਤੇ ਡੈਸ਼ ਦੁਆਰਾ ਹੁੰਦੀ ਹੈ। ਦੂਜਾ, ਚੋਣ ਕਮਿਸ਼ਨਰ ਨੂੰ ਡੈਸ਼ ਨਿਯੁਕਤ ਕਰਦਾ ਹੈ। ਚੋਣ ਕਮਿਸ਼ਨਰ ਨੂੰ ਡੈਸ਼ ਨਿਯੁਕਤ ਕਰਦਾ ਹੈ। ਤੀਜਾ, ਦੇਸ਼ ਵਿੱਚ ਹਰ ਪੱਧਰ ਦੀਆਂ ਚੋਣਾਂ ਡੈਸ਼ ਕਰਾਉਂਦਾ ਹੈ। ਦੇਸ਼ ਵਿੱਚ ਹਰ ਪੱਧਰ ਦੀਆਂ ਚੋਣਾਂ ਡੈਸ਼ ਕਰਾਉਂਦਾ ਹੈ। ਨੰਬਰ 4, ਲੋਕਤੰਤਰ ਸਰਕਾਰ ਨੂੰ ਡੈਸ਼ ਲੋਕਤੰਤਰ ਵੀ ਕਿਹਾ ਜਾਂਦਾ ਹੈ। ਲੋਕਤੰਤਰ ਸਰਕਾਰ ਨੂੰ ਡੈਸ਼ ਲੋਕਤੰਤਰ ਵੀ ਕਿਹਾ ਜਾਂਦਾ ਹੈ। 5, ਚੋਣ ਕਮਿਸ਼ਨ ਦੇ ਪ੍ਰਧਾਨ ਨੂੰ ਡੈਸ਼ ਕਿਹਾ ਜਾਂਦਾ ਹੈ। ਚੋਣ ਕਮਿਸ਼ਨ ਦੇ ਪ੍ਰਧਾਨ ਨੂੰ ਡੈਸ਼ ਕਿਹਾ ਜਾਂਦਾ ਹੈ। ਆਓ ਇਸ ਦੇ ਉੱਤਰ ਦੇਖਦੇ ਹਾਂ। ਲੋਕਤੰਤਰੀ ਸਰਕਾਰ ਲੋਕਾਂ ਦੀ, ਲੋਕਾਂ ਲਈ ਅਤੇ ਲੋਕਾਂ ਦੁਆਰਾ ਹੁੰਦੀ ਹੈ। ਚੋਣ ਕਮਿਸ਼ਨਰ ਨੂੰ ਰਾਸ਼ਟਰਪਤੀ ਨਿਯੁਕਤ ਕਰਦਾ ਹੈ। ਦੇਸ਼ ਵਿੱਚ ਹਰ ਪੱਧਰ ਦੀਆਂ ਚੋਣਾਂ ਚੋਣ ਕਮਿਸ਼ਨ ਕਰਾਉਂਦਾ ਹੈ। ਲੋਕਤੰਤਰ ਸਰਕਾਰ ਨੂੰ ਪ੍ਰਤੀਨਿਧ ਲੋਕਤੰਤਰ ਵੀ ਕਿਹਾ ਜਾਂਦਾ ਹੈ। ਚੋਣ ਕਮਿਸ਼ਨ ਦੇ ਪ੍ਰਧਾਨ ਨੂੰ ਚੋਣ ਕਮਿਸ਼ਨਰ ਕਿਹਾ ਜਾਂਦਾ ਹੈ। ਸਰਵ ਵਿਆਪਕ ਬਾਲਗ ਮਤ ਅਧਿਕਾਰ। ਲੋਕਤੰਤਰੀ ਪ੍ਰਣਾਲੀ ਦੀ ਅਸਲ ਜਾਨ ਬਾਲਗ ਮਤ ਅਧਿਕਾਰ ਹੀ ਹੈ। ਹਰ ਬਾਲਗ ਨੂੰ ਵੋਟ ਪਾਉਣ ਦਾ ਅਧਿਕਾਰ ਹੈ। ਬਿਨਾਂ ਕਿਸੇ ਵਿਤਕਰੇ ਤੋਂ ਹਰ ਬਾਲਗ ਆਪਣੀ ਵੋਟ ਦਾ ਇਸਤੇਮਾਲ ਕਰ ਸਕਦਾ ਹੈ। ਬਾਲਗ ਨਾਗਰਿਕ ਦੀ ਉਮਰ 18 ਸਾਲ ਹੋਣੀ ਚਾਹੀਦੀ ਹੈ। ਚੋਣਾਂ। ਲੋਕਤੰਤਰ ਰਾਜ ਵਿੱਚ ਸ਼ਾਸਨ ਸ਼ਕਤੀ ਜੋ ਲੋਕਾਂ ਦੇ ਪ੍ਰਤੀਨਿਧਾਂ ਕੋਲ ਹੁੰਦੀ ਹੈ ਅਤੇ ਚੋਣਾਂ ਰਾਹੀਂ ਲੋਕ ਆਪਣੇ ਪ੍ਰਤੀਨਿਧ ਚੁਣਦੇ ਹਨ ਅਤੇ ਉਹ ਪ੍ਰਤੀਨਿਧ ਅੱਗੇ ਸਰਕਾਰ ਨੂੰ ਬਣਾਉਂਦੇ ਹਨ। ਤਾਂ ਸਭ ਤੋਂ ਪਹਿਲਾਂ ਗੱਲ ਇਹ ਹੈ ਕਿ ਚੋਣਾਂ ਰਾਹੀਂ ਲੋਕ ਆਪਣੇ ਜਿਹੜੇ ਹੈਗੇ ਆ ਪ੍ਰਤੀਨਿਧਾਂ ਦੀ ਚੋਣ ਕਰਦੇ ਆ। ਇਹਨਾਂ ਚੋਣਾਂ ਰਾਹੀਂ ਲੋਕ ਸਰਕਾਰ ਬਦਲ ਸਕਦੇ ਆ। ਇਹ ਚੋਣਾਂ ਦੇ ਰਾਹੀਂ ਕਾਰਜਪਾਲਿਕਾ ਉੱਤੇ ਕੰਟਰੋਲ ਰਹਿੰਦਾ ਹੈ। ਚੋਣਾਂ ਆਮ ਅਤੇ ਮੱਧਕਾਲੀਨ ਚੋਣਾਂ ਦੋ ਤਰ੍ਹਾਂ ਦੀਆਂ ਚੋਣਾਂ ਹੁੰਦੀਆਂ ਹਨ। ਹੁਣ ਆਪਾਂ ਦੁਹਰਾਈ ਕਰਾਂਗੇ ਬੱਚਿਓ। ਸਹੀ ਗਲਤ ਦੀ ਚੋਣ ਕਰਕੇ ਤੁਸੀਂ ਚੁਣਨਾ ਹੈ ਕਿਹੜੀ ਜੋ ਲਾਈਨ ਹੈ ਸਹੀ ਹੈ ਔਰ ਕਿਹੜੀ ਗਲਤ ਹੈ। ਬਾਲਗ ਮਤ ਅਧਿਕਾਰ ਲੋਕਤੰਤਰੀ ਪ੍ਰਣਾਲੀ ਦੀ ਅਸਲ ਜਾਨ ਹੈ। ਬਾਲਗ ਮਤ ਅਧਿਕਾਰ ਲੋਕਤੰਤਰੀ ਪ੍ਰਣਾਲੀ ਦੀ ਅਸਲ ਜਾਨ ਹੈ। ਨੰਬਰ 2, ਭਾਰਤ ਵਿੱਚ ਹਰ ਬਾਲਗ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਹੈ। ਭਾਰਤ ਵਿੱਚ ਹਰ ਬਾਲਗ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਹੈ। ਨੰਬਰ 3, ਬਾਲਗ ਨਾਗਰਿਕ ਦੀ ਉਮਰ 21 ਸਾਲ ਹੈ। ਬਾਲਗ ਨਾਗਰਿਕ ਦੀ ਉਮਰ ਨਿਸ਼ਚਿਤ ਜੋ ਕੀਤੀ ਗਈ ਹੈ ਉਹ 21 ਸਾਲ ਹੈ। ਨੰਬਰ 4,
ਅਸੀਂ ਚੋਣਾਂ ਰਾਹੀਂ ਪ੍ਰਤੀਨਿਧਾਂ ਦੀ ਚੋਣ ਕਰਦੇ ਹਾਂ। ਅਸੀਂ ਚੋਣਾਂ ਰਾਹੀਂ ਪ੍ਰਤੀਨਿਧਾਂ ਦੀ ਚੋਣ ਕਰਦੇ ਹਾਂ। ਨੰਬਰ 5, ਅਸੀਂ ਚੋਣਾਂ ਰਾਹੀਂ ਸਰਕਾਰ ਨਹੀਂ ਬਦਲ ਸਕਦੇ। ਅਸੀਂ ਚੋਣਾਂ ਰਾਹੀਂ ਸਰਕਾਰ ਨਹੀਂ ਬਦਲ ਸਕਦੇ। ਤਾਂ ਆਓ ਇਹਨਾਂ ਦੇ ਸਹੀ ਉੱਤਰ ਦੇਖਦੇ ਹਾਂ। ਪਹਿਲਾ ਸਹੀ ਹੈ, ਬਾਲਗ ਮਤ ਅਧਿਕਾਰ ਲੋਕਤੰਤਰੀ ਪ੍ਰਣਾਲੀ ਦੀ ਅਸਲੀ ਜਾਨ ਹੈ। ਦੂਜਾ ਗਲਤ ਹੈ, ਭਾਰਤ ਵਿੱਚ ਹਰ ਬਾਲਗ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਹੈ। ਨਹੀਂ, ਇਹ ਗਲਤ ਹੈ, ਕਿਉਂਕਿ ਹਰ ਬਾਲਗ ਨੂੰ ਵੋਟ ਪਾਉਣ ਦਾ ਅਧਿਕਾਰ ਹੈ। ਬਾਲਗ ਨਾਗਰਿਕ ਦੀ ਉਮਰ 21 ਸਾਲ ਹੈ। ਇਹ ਗਲਤ ਹੈ, ਕਿਉਂਕਿ ਬਾਲਗ ਨਾਗਰਿਕ ਦੀ ਉਮਰ 18 ਸਾਲ ਹੈ। ਅਸੀਂ ਚੋਣਾਂ ਰਾਹੀਂ ਪ੍ਰਤੀਨਿਧਾਂ ਦੀ ਚੋਣ ਕਰਦੇ ਹਾਂ। ਸਹੀ ਹੈ। ਅਸੀਂ ਚੋਣਾਂ ਰਾਹੀਂ ਸਰਕਾਰ ਨਹੀਂ ਬਦਲ ਸਕਦੇ। ਇਹ ਗਲਤ ਹੈ, ਕਿਉਂਕਿ ਅਸੀਂ ਚੋਣਾਂ ਰਾਹੀਂ ਸਰਕਾਰ ਬਦਲ ਸਕਦੇ ਹਾਂ। ਗੁਪਤ ਮਤਦਾਨ। ਗੁਪਤ ਮਤਦਾਨ ਲੋਕਤੰਤਰੀ ਚੋਣਾਂ ਦਾ ਮਹੱਤਵਪੂਰਨ ਆਧਾਰ ਹੈ। ਇਸ ਵਿੱਚ ਲੋਕ ਦਖਲਅੰਦਾਜ਼ੀ ਜਿਹੜੀ ਹੈਗੀ ਹੈ ਉਹ ਨਹੀਂ ਚਾਹੁੰਦੇ। ਕਿਸੇ ਦੀ ਵੀ ਦਖਲਅੰਦਾਜ਼ੀ ਨਹੀਂ ਹੁੰਦੀ ਕਿ ਤੁਸੀਂ ਕਿਸ ਨੂੰ ਵੋਟ ਪਾਓ। ਸੁਤੰਤਰ ਅਤੇ ਨਿਰਪੱਖ ਚੋਣਾਂ ਲਈ ਜ਼ਰੂਰੀ ਹੈ। ਵੋਟਰ ਆਪਣਾ ਉਮੀਦਵਾਰ ਗੁਪਤ ਚੁਣਦਾ ਹੈ ਅਤੇ ਅੱਜ ਕੱਲ੍ਹ ਇਲੈਕਟ੍ਰੋਨਿਕ ਮਸ਼ੀਨਾਂ ਦੀ ਵਰਤੋਂ ਹੋਣ ਲੱਗ ਪਈ ਹੈ। ਚੋਣ ਪ੍ਰਕਿਰਿਆ। ਤਾਂ ਚੋਣ ਪ੍ਰਕਿਰਿਆ ਦੇ ਵਿੱਚ ਸਭ ਤੋਂ ਪਹਿਲਾਂ ਚੋਣਾਂ ਦੀ ਤਰੀਕ ਦਾ ਐਲਾਨ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਉਮੀਦਵਾਰਾਂ ਦੀ ਚੋਣ ਕੀਤੀ ਜਾਂਦੀ ਹੈ, ਜੋ ਕਿ ਪਾਰਟੀ ਕਰਦੀ ਹੈ, ਦਲ ਕਰਦੇ ਹੈ। ਕਈ ਆਜ਼ਾਦ ਉਮੀਦਵਾਰ ਵੀ ਆਪਣੇ ਤੌਰ 'ਤੇ ਖੜ੍ਹੇ ਹੁੰਦੇ ਆ। ਤਾਂ ਇੱਥੇ ਧਿਆਨ ਰੱਖਣ ਵਾਲੀ ਗੱਲ ਇਹ ਹੈ ਕਿ ਕਾਨੂੰਨੀ ਤੌਰ 'ਤੇ 25 ਸਾਲ ਤੋਂ ਵੱਧ ਉਮਰ ਵਾਲਾ ਕੋਈ ਵੀ ਨਾਗਰਿਕ ਯਾਨੀ ਕਿ ਵੋਟਰ ਚੋਣ ਲੜ ਸਕਦਾ ਹੈ। ਉਸ ਤੋਂ ਬਾਅਦ ਨਾਮਜ਼ਦਗੀ ਪੱਤਰ ਭਰੇ ਜਾਂਦੇ ਆ। ਫਿਰ ਇੱਕ ਨਿਸ਼ਚਿਤ ਸਮਾਂ ਹੁੰਦਾ ਹੈ। ਉਸ ਸਮੇਂ ਤੱਕ ਤੁਸੀਂ ਜੇ ਚਾਹੋ ਤਾਂ ਆਪਦਾ ਨਾਮਜ਼ਦਗੀ ਪੱਤਰ ਵਾਪਸ ਵੀ ਲੈ ਸਕਦੇ ਹੋ। ਫਿਰ ਜਿਹੜਾ ਚੋਣ ਨਿਸ਼ਾਨ ਹੁੰਦਾ, ਰਾਸ਼ਟਰੀ ਦਲਾਂ ਦੇ ਚੋਣ ਨਿਸ਼ਾਨ ਪੱਕੇ ਹੁੰਦੇ ਆ। ਬਾਕੀ ਉਮੀਦਵਾਰਾਂ ਨੂੰ ਕੁਝ ਦਿਨ ਪਹਿਲਾਂ ਚੋਣਾਂ ਤੋਂ ਚੋਣ ਨਿਸ਼ਾਨ ਦਿੱਤੇ ਜਾਂਦੇ ਆ। ਇਹਨਾਂ ਚੋਣ ਨਿਸ਼ਾਨਾਂ ਦਾ ਜਿਹੜੀ ਮੇਨ ਹੋਂਦ ਹੈ ਮੁੱਖ ਰੂਪ ਦੇ ਵਿੱਚ, ਉਹ ਅਨਪੜ੍ਹ ਲੋਕਾਂ ਲਈ ਬਹੁਤ ਜ਼ਰੂਰੀ ਹੈ। ਉਸ ਤੋਂ ਬਾਅਦ ਚੋਣ ਮਨੋਰਥ ਪੱਤਰ ਜਿਹੜੇ ਹੈਗੇ ਆ ਛਾਪੇ ਜਾਂਦੇ ਆ। ਪਾਰਟੀਆਂ ਆਪਣੇ ਜਾਂ ਜੋ ਉਮੀਦਵਾਰ ਹੈ ਉਹ ਆਪਦਾ ਮਨੋਰਥ ਪੱਤਰ ਜਾਰੀ ਕਰਦਾ ਹੈ। ਉਸ ਤੋਂ ਬਾਅਦ ਚੋਣ ਮੁਹਿੰਮ ਹੁੰਦੀ ਹੈ। ਅਸੀਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਪਾਰਟੀਆਂ ਦੇ ਉਮੀਦਵਾਰ ਵੱਖੋ ਵੱਖਰੇ ਢੰਗਾਂ ਦੇ ਨਾਲ ਆਪਣੀ ਚੋਣ ਮੁਹਿੰਮ ਕਰਦੇ ਹਨ। ਫਿਰ ਵੋਟਾਂ ਦੀ ਗਿਣਤੀ ਹੁੰਦੀ ਹੈ ਅਤੇ ਵੋਟਾਂ ਦੀ ਗਿਣਤੀ ਤੋਂ ਬਾਅਦ ਜਿਸ ਉਮੀਦਵਾਰ ਨੂੰ ਵੱਧ ਵੋਟਾਂ ਪਈਆਂ ਉਸ ਨੂੰ ਜੇਤੂ ਐਲਾਨਿਆ ਜਾਂਦਾ। ਆਓ ਹੁਣ ਆਪਾਂ ਖਾਲਿਸਤਾਨ ਦੇ ਰੂਪ ਵਿੱਚ ਹੁਣ ਤੱਕ ਦੇ ਕੰਮ ਦੀ ਆਪਾਂ ਦੁਹਰਾਈ ਕਰਦੇ ਹਾਂ। ਲੋਕਤੰਤਰੀ ਚੋਣਾਂ ਦਾ ਮੁੱਖ ਆਧਾਰ ਡੈਸ਼ ਹੈ। ਲੋਕਤੰਤਰੀ ਚੋਣਾਂ ਦਾ ਮੁੱਖ ਆਧਾਰ ਡੈਸ਼ ਹੈ। ਅੱਜ ਕੱਲ੍ਹ ਚੋਣਾਂ ਸਮੇਂ ਡੈਸ਼ ਦੀ ਵਰਤੋਂ ਹੋਣ ਲੱਗੀ ਹੈ। ਅੱਜ ਕੱਲ੍ਹ ਚੋਣਾਂ ਸਮੇਂ ਡੈਸ਼ ਦੀ ਵਰਤੋਂ ਹੋਣ ਲੱਗੀ ਹੈ। ਚੋਣ ਪ੍ਰਕਿਰਿਆ ਵਿੱਚ ਸਭ ਤੋਂ ਪਹਿਲਾਂ ਡੈਸ਼ ਦਾ ਐਲਾਨ ਕੀਤਾ ਜਾਂਦਾ ਹੈ। ਚੋਣ ਪ੍ਰਕਿਰਿਆ ਵਿੱਚ ਸਭ ਤੋਂ ਪਹਿਲਾਂ ਡੈਸ਼ ਦਾ ਐਲਾਨ ਕੀਤਾ ਜਾਂਦਾ ਹੈ। ਨਿਸ਼ਚਿਤ ਸਮੇਂ ਤੱਕ ਉਮੀਦਵਾਰ ਆਪਣੀ ਡੈਸ਼ ਵਾਪਸ ਲੈ ਸਕਦਾ ਹੈ। ਨਿਸ਼ਚਿਤ ਸਮੇਂ ਤੱਕ ਉਮੀਦਵਾਰ ਆਪਣੀ ਡੈਸ਼ ਵਾਪਸ ਲੈ ਸਕਦਾ ਹੈ। ਤਾਂ ਉੱਤਰ ਦੇਖਦੇ ਹਾਂ। ਤਾਂ ਪਹਿਲੇ ਦਾ ਜੋ ਹੈਗਾ ਲੋਕਤੰਤਰੀ ਚੋਣਾਂ ਦਾ ਮੁੱਖ ਆਧਾਰ ਗੁਪਤ ਮਤਦਾਨ ਹੈ। ਅੱਜ ਕੱਲ੍ਹ ਚੋਣਾਂ ਸਮੇਂ ਇਲੈਕਟ੍ਰੋਨਿਕ ਮਸ਼ੀਨਾਂ ਦੀ ਵਰਤੋਂ ਹੋਣ ਲੱਗੀ ਹੈ। ਚੋਣ ਪ੍ਰਕਿਰਿਆ ਵਿੱਚ ਸਭ ਤੋਂ ਪਹਿਲਾਂ ਚੋਣਾਂ ਦੀ ਤਰੀਕ ਦਾ ਐਲਾਨ ਕੀਤਾ ਜਾਂਦਾ ਹੈ। ਨਿਸ਼ਚਿਤ ਸਮੇਂ ਤੱਕ ਉਮੀਦਵਾਰ ਆਪਣੀ ਨਾਮਜ਼ਦਗੀ ਵਾਪਸ ਲੈ ਸਕਦਾ ਹੈ। ਰਾਜਨੀਤਿਕ ਦਲ। ਰਾਜਨੀਤਿਕ ਮੁੱਦਿਆਂ ਬਾਰੇ ਇੱਕੋ ਜਿਹੀ ਰਾਏ ਜਾਂ ਵਿਚਾਰਧਾਰਾ ਰੱਖਣ ਵਾਲੇ ਸਮੂਹਾਂ ਨੂੰ ਰਾਜਨੀਤਿਕ ਦਲ ਕਿਹਾ ਜਾਂਦਾ ਹੈ। ਕਿਸੇ ਨੂੰ ਵੀ ਦਲ ਦੇ ਵਿੱਚ ਦਾਖਲੇ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ। ਹਰੇਕ ਦਲ ਸਰਕਾਰ ਬਣਾਉਣ ਦਾ ਚਾਹਵਾਨ ਹੁੰਦਾ ਹੈ। ਹਰੇਕ ਰਾਜਨੀਤਿਕ ਦਲ ਆਪਣਾ ਪ੍ਰੋਗਰਾਮ ਅਤੇ ਨੀਤੀਆਂ ਜਨਤਾ ਦੇ ਸਾਹਮਣੇ ਰੱਖਦਾ ਹੈ।
ਸੱਤਾਧਾਰੀ ਦਲ ਪ੍ਰੋਗਰਾਮ ਅਤੇ ਨੀਤੀਆਂ ਦਾ ਪੱਖ ਪੂਰਦਾ ਹੈ, ਜਦੋਂ ਕਿ ਵਿਰੋਧੀ ਦਲ ਆਲੋਚਨਾ ਕਰਦਾ ਹੈ। ਵਿਰੋਧੀ ਦਲ ਮਹੱਤਵ ਵੀ ਕਹਿ ਦਈਏ ਆਪਾਂ, ਵਿਰੋਧੀ ਦਲ ਦਾ ਜਿਹੜਾ ਮਹੱਤਵ ਹੈ ਉਹ ਸੱਤਾਧਾਰੀ ਦਲ ਜਿੰਨਾ ਹੀ ਹੁੰਦਾ ਹੈ। ਰਾਜਨੀਤਿਕ ਦਲ ਦੇ ਕੰਮ ਤਾਂ ਬੱਚਿਓ, ਸਭ ਤੋਂ ਪਹਿਲਾਂ ਤਾਂ ਜਿਹੜਾ ਉਹਨਾਂ ਨੇ ਚੋਣ ਲੜਨਾ ਹੁੰਦਾ, ਉਸ ਤੋਂ ਬਾਅਦ ਰਾਜਨੀਤਿਕ ਦਲ ਜੋ ਹੈ ਉਹ ਉਮੀਦਵਾਰਾਂ ਦੀ ਚੋਣ ਕਰਦੇ ਹੈ ਕਿ ਕਿਸ ਜੋ ਵਿਅਕਤੀ ਨੂੰ ਕਿਹੜੀ ਇਲਾਕੇ ਦੇ ਵਿੱਚ, ਕਿਹੜੇ ਖੇਤਰ ਦੇ ਵਿੱਚ ਉਮੀਦਵਾਰ ਦੇ ਲਈ ਖੜਾ ਕੀਤਾ ਜਾਵੇ। ਉਸ ਤੋਂ ਬਾਅਦ ਰਾਜਨੀਤਿਕ ਦਲ ਜਿਹੜੇ ਹੈਗੇ ਆ ਉਹ ਜਨਤਾ ਨੂੰ ਰਾਸ਼ਟਰੀ ਮੁੱਦਿਆਂ ਤੋਂ ਜਾਣੂ ਕਰਾਉਂਦੇ ਆ। ਵੱਖ-ਵੱਖ ਦੇਸ਼ਾਂ ਦੇ ਵਿੱਚ ਕਈ ਦਲੀ ਪ੍ਰਣਾਲੀ ਹੈ, ਕਈ ਦੇਸ਼ਾਂ ਦੇ ਵਿੱਚ ਇੱਕ ਦਲ, ਕਈਆਂ 'ਚ ਦੋ ਦਲ ਜਾਂ ਬਹੁਦਲ ਪ੍ਰਣਾਲੀ ਹੈ। ਇੰਗਲੈਂਡ ਅਤੇ ਅਮਰੀਕਾ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਦੋ ਦਲ ਪ੍ਰਣਾਲੀ ਹੈ, ਜਦੋਂ ਕਿ ਭਾਰਤ ਵਿੱਚ ਬਹੁਦਲ ਪ੍ਰਣਾਲੀ ਹੈ। ਤਾਂ ਇਹ ਸਨ ਰਾਜਨੀਤਿਕ ਦਲ ਦੇ ਕੰਮ। ਹੁਣ ਆਪਾਂ ਦੁਹਰਾਈ ਕਰਾਂਗੇ ਸਹੀ ਗਲਤ ਦੀ ਚੋਣ ਕਰਕੇ। ਨੰਬਰ 1, ਰਾਜਨੀਤਿਕ ਦਲ ਵਿੱਚ ਕਿਸੇ ਨਾਗਰਿਕ ਨੂੰ ਦਾਖਲ ਹੋਣ ਲਈ ਮਜਬੂਰ ਕੀਤਾ ਜਾ ਸਕਦਾ ਹੈ। ਦੱਸਣਾ ਤੁਸੀਂ ਸਹੀ ਹੈ ਕਿ ਗਲਤ ਹੈ। ਰਾਜਨੀਤਿਕ ਦਲ ਵਿੱਚ ਕਿਸੇ ਨਾਗਰਿਕ ਨੂੰ ਦਾਖਲ ਹੋਣ ਲਈ ਮਜਬੂਰ ਕੀਤਾ ਜਾ ਸਕਦਾ ਹੈ। ਨੰਬਰ 2, ਹਰੇਕ ਪਾਰਟੀ ਜਾਂ ਦਲ ਸਰਕਾਰ ਬਣਾਉਣ ਦਾ ਚਾਹਵਾਨ ਹੁੰਦਾ। ਹਰੇਕ ਪਾਰਟੀ ਜਾਂ ਦਲ ਸਰਕਾਰ ਬਣਾਉਣ ਦਾ ਚਾਹਵਾਨ ਹੁੰਦਾ। ਨੰਬਰ 3, ਰਾਜਨੀਤਿਕ ਦਲ ਦਾ ਆਪਣਾ ਕੋਈ ਪ੍ਰੋਗਰਾਮ ਜਾਂ ਨੀਤੀ ਨਹੀਂ ਹੁੰਦੀ। ਰਾਜਨੀਤਿਕ ਦਲ ਦਾ ਆਪਣਾ ਕੋਈ ਪ੍ਰੋਗਰਾਮ ਜਾਂ ਨੀਤੀ ਨਹੀਂ ਹੁੰਦੀ। ਇਹ ਤੁਸੀਂ ਦੱਸਣਾ ਸਹੀ ਹੈ ਕਿ ਗਲਤ ਹੈ। ਭਾਰਤ ਵਿੱਚ ਬਹੁਦਲੀ ਪ੍ਰਣਾਲੀ ਹੈ। ਭਾਰਤ ਵਿੱਚ ਬਹੁਦਲੀ ਪ੍ਰਣਾਲੀ ਹੈ। ਤਾਂ ਆਓ ਇਹਨਾਂ ਦੇ ਆਪਾਂ ਉੱਤਰ ਦੇਖਦੇ ਹਾਂ। ਪਹਿਲੇ ਦਾ ਉੱਤਰ ਦੇਖਦੇ ਹਾਂ। ਰਾਜਨੀਤਿਕ ਦਲ ਵਿੱਚ ਕਿਸੇ ਨਾਗਰਿਕ ਨੂੰ ਦਾਖਲ ਹੋਣ ਲਈ ਮਜਬੂਰ ਕੀਤਾ ਜਾ ਸਕਦਾ ਹੈ। ਨਹੀਂ, ਕਿਸੇ ਨੂੰ ਮਜਬੂਰ ਨਹੀਂ ਕੀਤਾ ਜਾ ਸਕਦਾ। ਹਰੇਕ ਦੀ ਆਪਦੀ ਚੋਣ ਹੁੰਦੀ ਹੈ। ਨੰਬਰ 2, ਹਰੇਕ ਪਾਰਟੀ ਜਾਂ ਦਲ ਸਰਕਾਰ ਬਣਾਉਣ ਦਾ ਚਾਹਵਾਨ ਹੁੰਦਾ ਹੈ। ਸਹੀ ਹੈ। ਨੰਬਰ 3, ਰਾਜਨੀਤਿਕ ਦਲ ਦਾ ਆਪਣਾ ਕੋਈ ਪ੍ਰੋਗਰਾਮ ਜਾਂ ਨੀਤੀ ਨਹੀਂ ਹੁੰਦੀ। ਇਹ ਗਲਤ ਹੈ, ਕਿਉਂਕਿ ਹਰੇਕ ਰਾਜਨੀਤਿਕ ਦਲ ਦਾ ਕੋਈ ਨਾ ਕੋਈ ਪ੍ਰੋਗਰਾਮ ਜਾਂ ਨੀਤੀ ਹੁੰਦੀ ਹੈਗੀ ਹੈ, ਜੋ ਮਨੋਰਥ ਪੱਤਰ ਦੇ ਵਿੱਚ ਉਹ ਆਪਣੇ ਜਨਤਾ ਦੇ ਸਾਹਮਣੇ ਪੇਸ਼ ਕਰਦੇ ਹੈਗੇ ਆ। ਨੰਬਰ 4, ਭਾਰਤ ਵਿੱਚ ਬਹੁਦਲੀ ਪ੍ਰਣਾਲੀ ਹੈ। ਬਿਲਕੁਲ ਸਹੀ ਹੈ। ਤਾਂ ਇਹ ਸਨ ਸਹੀ ਗਲਤ। ਹੁਣ ਆਪਾਂ ਗੱਲ ਕਰਾਂਗੇ ਭਾਰਤ ਵਿੱਚ ਰਾਜਨੀਤਿਕ ਦਲਾਂ ਦੀ। ਤਾਂ ਜਿਵੇਂ ਕਿ ਤੁਸੀਂ ਸਕਰੀਨ ਉੱਪਰ ਦੇਖ ਰਹੇ ਹੋ, ਅਲੱਗ-ਅਲੱਗ ਜੋ ਚੋਣ ਨਿਸ਼ਾਨ ਨੇ ਇਹ ਦੱਸਦੇ ਨੇ ਕਿ ਭਾਰਤ ਵਿੱਚ ਵੱਖ-ਵੱਖ ਰਾਜਨੀਤਿਕ ਦਲ ਨੇ। ਆਓ ਅੱਗੇ ਆਪਾਂ ਉਹਨਾਂ ਦਲਾਂ ਬਾਰੇ ਜਾਣਕਾਰੀ ਹਾਸਲ ਕਰਦੇ ਹਾਂ। ਰਾਜਨੀਤਿਕ ਦਲਾਂ ਦੀ ਵੰਡ। ਨੰਬਰ 1, ਰਾਸ਼ਟਰੀ ਦਲ। ਤਾਂ ਵਿਦਿਆਰਥੀਓ, ਰਾਸ਼ਟਰੀ ਦਲ ਉਹ ਹੁੰਦੇ ਆ ਜਿਹੜੇ ਸਾਰੇ ਭਾਰਤ ਵਿੱਚ ਕੰਮ ਕਰਦੇ ਆ, ਠੀਕ ਹੈ। ਔਰ ਖੇਤਰੀ ਦਲ ਉਹ ਹੁੰਦੇ ਆ ਜਿਹੜੇ ਇੱਕ ਜਾਂ ਦੋ ਰਾਜਾਂ ਤੱਕ ਸੀਮਤ ਹੁੰਦੇ ਆ, ਉਹਨਾਂ ਨੂੰ ਖੇਤਰੀ ਦਲ ਕਿਹਾ ਜਾਂਦਾ ਹੈ। ਪਰ ਹਾਂ, ਜੇ ਕੋਈ ਦਲ 4 ਜਾਂ 5 ਰਾਜਾਂ ਵਿੱਚ ਹੋਵੇ, ਜਾਣੀ ਕਿ 4 ਜਾਂ 5 ਰਾਜਾਂ 'ਚ ਉਹਦੀ ਹੋਂਦ ਹੋਵੇ, ਤਾਂ ਚੋਣ ਕਮਿਸ਼ਨ ਉਸ ਨੂੰ ਰਾਸ਼ਟਰੀ ਦਲ ਕਰਾਰ ਕਰ ਸਕਦਾ ਹੈ ਜਾਂ ਕਰ ਦਿੰਦਾ ਹੈ। ਤਾਂ ਇਹ ਸੀ ਰਾਜਨੀਤਿਕ ਦਲਾਂ ਦੀ ਵੰਡ। ਹੁਣ ਆਪਾਂ ਖਾਲੀ ਸਥਾਨ ਭਰ ਕੇ ਆਪਾਂ ਦੁਹਰਾਈ ਕਰਾਂਗੇ। ਸਾਰੇ ਭਾਰਤ ਵਿੱਚ ਕੰਮ ਕਰਨ ਵਾਲੇ ਦਲ ਨੂੰ ਡੈਸ਼ ਕਿਹਾ ਜਾਂਦਾ ਹੈ। ਸਾਰੇ ਭਾਰਤ ਵਿੱਚ ਕੰਮ ਕਰਨ ਵਾਲੇ ਦਲ ਨੂੰ ਡੈਸ਼ ਕਿਹਾ